ਪੰਜਾਬੀ ਪੱਤਰਕਾਰੀ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਆ? ਪੰਜਾਬੀ ਦਾ ਪਹਿਲਾ ਪ੍ਰੋਫੈਸਰ ਕੌਣ ਸੀ? ਇੰਨਾ ਕੁ ਦੱਸਿਓ ਕਿ ਗਿਆਨੀ ਦਿੱਤ ਸਿੰਘ ਦਾ ਜਨਮ ਕਦੋਂ ਤੇ ਕਿੱਥੇ ਹੋਇਆ, ਉਹਨਾਂ ਦੇ ਮਾਤਾ-ਪਿਤਾ ਦਾ ਕੀ ਨਾਮ ਸੀ? ਪਿਆਰੇ ਵਿਦਿਆਰਥੀਓ, ਗਿਆਨੀ ਦਿੱਤ ਸਿੰਘ ਹੋਣਾ ਨੇ ਕਿਹਨਾਂ ਨਾਲ 3 ਵਾਰ ਡਿਬੇਟ ਕੀਤੀ ਤੇ ਉਹਨਾਂ ਨੂੰ ਤਿੰਨੇ ਵਾਰ ਚੰਗੀ ਤਰ੍ਹਾਂ ਮਾਤ ਪਾਈ, ਹਰਾਇਆ। ਤੇ ਇੱਕ ਪ੍ਰਸ਼ਨ ਦਾ ਉੱਤਰ ਹੋਰ ਦਿਓ, ਗਿਆਨੀ ਦਿੱਤ ਸਿੰਘ ਨੇ ਕਿਹੜੀਆਂ ਕਿਤਾਬਾਂ ਦੀ ਰਚਨਾ ਕੀਤੀ? ਸਤਿ ਸ੍ਰੀ ਅਕਾਲ। LDD TV ਉੱਪਰ ਤੁਹਾਡਾ ਸਵਾਗਤ ਹੈ। ਮੈਂ ਪ੍ਰੋਫੈਸਰ ਜਸਵੀਰ ਸਿੰਘ ਤੇ ਸਾਡਾ ਅੱਜ ਦਾ ਲੈਕਚਰ ਆਧੁਨਿਕ ਪੰਜਾਬੀ ਵਾਰਤਕ ਤੇ ਵਾਰਤਕਕਾਰ ਭਾਗ ਪਹਿਲਾ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਪੰਜਾਬੀ ਸਾਹਿਤ ਦੇ ਇੱਕ ਅਜੀਮ ਤੇ ਅਜੀਜ਼ ਸਾਹਿਤਕਾਰ ਦੀ ਗੱਲ ਕਰਾਂਗੇ, ਪੰਥ ਰਤਨ ਗਿਆਨੀ ਦਿੱਤ ਸਿੰਘ ਜੀ, ਜਿਨ੍ਹਾਂ ਦਾ ਨਾਮ ਆ। ਗਿਆਨੀ ਦਿੱਤ ਸਿੰਘ ਜੀ ਦਾ ਸਮਾਂ 21 ਅਪ੍ਰੈਲ 1850 ਤੋਂ ਲੈ ਕੇ ਸਤੰਬਰ 1901 ਦੇ ਦਰਮਿਆਨ ਦਾ ਆ। ਇਹ ਗੱਲ ਨੋਟ ਕਰ ਲਵੋ। ਜੇਕਰ ਆਪਾਂ ਡਿਟੇਲ ਵਿੱਚ ਗੱਲ ਕਰਨੀ ਆ ਤਾਂ ਉਸ ਤੋਂ ਪਹਿਲਾਂ ਕੁਝ ਨੁਕਤਿਆਂ ਨੂੰ ਤੁਸੀਂ ਆਪਣੇ ਜ਼ਿਹਨ ਵਿੱਚ ਰੱਖਣਾ ਕਿ ਗਿਆਨੀ ਦਿੱਤ ਸਿੰਘ ਜੀ ਬੜੇ ਵੱਡੇ ਵਿਦਵਾਨ ਸੀਗੇ। ਬਹੁਤੇ ਵਿਦਵਾਨਾਂ ਨੇ ਉਹਨਾਂ ਬਾਬਤ ਨਿੱਠ ਕੇ ਕੰਮ ਨਹੀਂ ਕੀਤਾ। ਇਸ ਕਰਕੇ ਜੋ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਆ, ਇਹ ਬਹੁਤ ਰੇਅਰ ਆ, ਕਿਉਂਕਿ ਹੁਣ ਤੱਕ ਜਿੰਨਾ ਕੁ ਇਹਨਾਂ ਬਾਬਤ ਲਿਖਿਆ ਗਿਆ ਜਾਂ ਜਿੰਨਾ ਕੁ ਗਿਆਨੀ ਦਿੱਤ ਸਿੰਘ ਜੀ ਹੋਰਾਂ ਨੇ ਆਪਣੇ ਬਾਰੇ ਲਿਖਿਆ, ਉਹ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ। ਜਨਮ ਜੇਕਰ ਗੱਲ ਕਰੀਏ ਤਾਂ 21 ਅਪ੍ਰੈਲ 1850 ਈਸਵੀ ਨੂੰ ਹੋਇਆ ਸੀ। ਸਥਾਨ ਹੈਗਾ ਆ ਪਿੰਡ ਨੰਦਪੁਰ ਕਲੌੜ, ਰਿਆਸਤ ਪਟਿਆਲਾ ਦੇ ਵਿੱਚ ਪੈਂਦੀ ਸੀ। ਇਹ ਨਾਨਕਾ ਪਿੰਡ ਸੀਗਾ ਗਿਆਨੀ ਦਿੱਤ ਸਿੰਘ ਜੀ ਦਾ, ਜਿੱਥੇ ਉਹਨਾਂ ਦਾ ਜਨਮ ਹੋਇਆ, ਤੇ ਅੱਜ ਕੱਲ੍ਹ ਇਹ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਆ। ਠੀਕ ਹੈ ਜੀ। ਪਿਤਾ ਜੀ ਦਾ ਨਾਮ ਭਾਈ ਦੀਵਾਨ ਸਿੰਘ ਜੀ, ਜਿਨ੍ਹਾਂ ਦਾ ਪਿਤਰੀ ਪਿੰਡ ਸੀਗਾ ਝੱਲੀਆਂ, ਰੋਪੜ ਦੇ ਵਿੱਚ, ਤੇ ਮਾਤਾ ਦਾ ਨਾਮ ਬੀਬੀ ਰਾਮ ਕੌਰ। ਕੱਲਾ ਰਾਮ ਕੌਰ ਵੀ ਲਿਖਿਆ ਆ ਸਕਦਾ ਆ, ਬੀਬੀ ਰਾਮ ਕੌਰ ਆਪਾਂ ਸਤਿਕਾਰ ਵਜੋਂ ਕਹਿੰਦੇ ਆ। ਮੁੱਢਲੀ ਸਿੱਖਿਆ ਦੀ ਗੱਲ ਕਰੀਏ ਤਾਂ ਉਹਨਾਂ ਨੇ ਪਹਿਲਾਂ ਆਪਣੇ ਪਿਤਾ ਜੀ ਪਾਸੋਂ ਸਿੱਖਿਆ ਹਾਸਲ ਕੀਤੀ, ਫਿਰ ਅੰਬਾਲੇ ਦੇ ਵਿਦਵਾਨ ਸਾਧੂਆਂ ਦੇ ਡੇਰਿਆਂ ਤੋਂ, ਜਿਨ੍ਹਾਂ ਵਿੱਚ ਕੌਲ ਦਾਸ ਜੀ ਦਾ ਨਾਮ ਬੜਾ ਆਉਂਦਾ ਆ, ਉਹਨਾਂ ਤੋਂ ਸਿੱਖਿਆ ਲਈ। ਉੱਗੇ ਵਿਦਵਾਨ ਸੰਤ ਗੁਰਬਖਸ਼ ਸਿੰਘ ਚੱਕਰਵਰਤੀ ਤੋਂ ਵੀ ਉਹਨਾਂ ਨੇ ਸਿੱਖਿਆ ਹਾਸਲ ਕੀਤੀ ਸੀ। ਕਿਉਂਕਿ ਗੁਲਾਬ ਦਾਸ ਦੇ ਡੇਰੇ ਦੇ ਉੱਤੇ ਗਿਆਨੀ ਦਿੱਤ ਸਿੰਘ ਜੀ ਪੜ੍ਹਨ ਜਾਇਆ ਕਰਦੇ ਸੀ। ਬਾਅਦ ਵਿੱਚ ਛੋਟੀ ਉਮਰੇ ਹੀ ਉੱਥੇ ਹੀ ਉਹਨਾਂ ਨੇ ਪ੍ਰਚਾਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਫਿਰ ਲਾਹੌਰ ਗਏ, ਜਿੱਥੋਂ ਪਹਿਲਾਂ ਭਾਈ ਜਵਾਹਰ ਸਿੰਘ ਜੀ ਨੂੰ ਮਿਲ ਕੇ ਉਹਨਾਂ ਨਾਲ ਇੱਕ ਸਾਂਝ ਬਣਾਈ। ਭਾਈ ਜਵਾਹਰ ਸਿੰਘ ਜੀ, ਪ੍ਰੋਫੈਸਰ ਗੁਰਮੁਖ ਸਿੰਘ ਜੀ ਦਾ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਵਿੱਚ ਬੜਾ ਵੱਡਾ ਹਿੱਸਾ ਆ। ਇਹਨਾਂ ਦੀ ਇੱਕ ਦੋਸਤਾਨਾ ਸਾਂਝ ਸੀ। ਤੇ ਫਿਰ ਗੱਲ ਇਹ ਹੁੰਦੀ ਆ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਗਿਆਨੀ ਦਿੱਤ ਸਿੰਘ ਜੀ ਨੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਕਹਿਣ ਦੇ ਉੱਤੇ, ਉਹਨਾਂ ਦੇ ਉਚੇਚ ਕਰਨ ਦੇ ਉੱਤੇ ਗਿਆਨੀ ਦੀ ਪੜ੍ਹਾਈ ਕੀਤੀ, ਤੇ ਗਿਆਨੀ ਦੀ ਡਿਗਰੀ ਇੰਨੇ ਸ਼ਾਨਦਾਰ ਢੰਗ ਨਾਲ ਕੀਤੀ ਕਿ ਉਹਨਾਂ ਨੂੰ ਪਹਿਲੇ ਦਰਜੇ ਦੇ ਵਿੱਚ ਗਿਆਨੀ ਦਾ ਰੁਤਬਾ ਮਿਲ ਗਿਆ। ਇੱਥੇ ਹੀ ਬਾਅਦ ਵਿੱਚ ਗਿਆਨੀ ਦਿੱਤ ਸਿੰਘ ਜੀ ਪੰਜਾਬੀ ਦੇ ਪਹਿਲੇ ਅਧਿਆਪਕ ਨਿਯੁਕਤ ਹੋ ਗਏ ਸੀਗੇ। ਇਹ ਸਾਡੇ ਲਈ ਮਾਣ ਵਾਲੀ ਗੱਲ ਆ ਕਿ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਜਾਂ ਅਧਿਆਪਕ ਗਿਆਨੀ ਦਿੱਤ ਸਿੰਘ ਜੀ ਨੂੰ ਕਿਹਾ ਜਾਂਦਾ ਆ, ਜੋ ਲਾਹੌਰ ਵਿੱਚ ਪੰਜਾਬ ਯੂਨੀਵਰਸਿਟੀ ਵਿਖੇ ਨਿਯੁਕਤ ਹੋਏ ਸੀਗੇ। ਗਿਆਨੀ ਦਿੱਤ ਸਿੰਘ ਦੇ ਚੇਲਿਆਂ ਜਾਂ ਸ਼ਾਗਿਰਦਾਂ ਦੀ ਗੱਲ ਕਰੀਏ ਤਾਂ ਯੋਗੀ ਵਿਸ਼ਵਨਾਥ ਜਾਂ ਫਿਰ ਭਾਈ ਤਖਤ ਸਿੰਘ ਫਿਰੋਜ਼ਪੁਰ ਵਾਲੇ, ਵੱਖ-ਵੱਖ ਉਹਨਾਂ ਦੇ ਬਹੁਤ ਸਾਰੇ ਸ਼ਾਗਿਰਦ ਜਾਂ ਚੇਲੇ ਸੀਗੇ, ਜਿਨ੍ਹਾਂ ਤੋਂ ਅਗਾਂਹ ਜਾ ਕੇ ਬੜੀਆਂ ਵੱਡੀਆਂ ਉਮੀਦਾਂ ਕੀਤੀਆਂ ਗਈਆਂ ਤੇ ਉਹ ਉਹਨਾਂ ਉਮੀਦਾਂ ਤੇ ਖਰੇ ਉਤਰੇ। ਪਿਆਰੇ ਵਿਦਿਆਰਥੀਓ, ਗਿਆਨੀ ਦਿੱਤ ਸਿੰਘ ਜੀ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਪ੍ਰੇਰਨਾ ਨਾਲ ਅੰਮ੍ਰਿਤਧਾਰੀ ਸਿੰਘ ਸਜੇ ਸੀਗੇ, ਇਹ ਵੀ ਨੋਟ ਕਰ ਲਵੋ। ਤੇ ਸਾਧੂ ਦਇਆਨੰਦ, ਜਿਨ੍ਹਾਂ ਨੂੰ DAV ਦੇ ਨਾਂ ਦੇ ਉੱਤੇ ਕਾਲਜ ਕਿੰਨੇ ਖੁੱਲ੍ਹੇ ਹੋਏ ਆ, ਉਹਨਾਂ ਦਾ ਹੈੱਡ DAV ਦਇਆਨੰਦ। ਠੀਕ ਹੈ ਜੀ। ਇਹ ਆਯੁਰਵੈਦਿਕ ਨਾਲ ਜੋੜ ਲੈਂਦੇ ਨੇ। ਦਇਆਨੰਦ ਜਿਹੜੇ ਸੀਗੇ, ਉਹਨਾਂ ਨੇ ਜਦੋਂ ਪੰਜਾਬ ਵਿੱਚ ਆਏ ਤਾਂ 3 ਵਾਰ ਸ਼ਾਸਤਰਾ ਅਰਥ ਵਿੱਚ ਗਿਆਨੀ ਦਿੱਤ ਸਿੰਘ ਜੀ ਦੇ ਨਾਲ ਡਿਬੇਟ ਕੀਤੀ।
ਜਾਂ ਇਹ ਕਹਿ ਲਓ ਕਿ ਚਰਚਾ ਕੀਤੀ। ਉਸ ਚਰਚਾ ਦੇ ਵਿੱਚ ਗਿਆਨੀ ਦਿੱਤ ਸਿੰਘ ਜੀ ਹੋਰਾਂ ਨੇ ਸਾਧੂ ਜਾਂ ਸਵਾਮੀ ਦਇਆਨੰਦ ਨੂੰ ਤਿੰਨੇ ਵਾਰ ਬਹੁਤ ਚੰਗੀ ਤਰ੍ਹਾਂ ਮਾਤ ਪਾਈ, ਉਹਨਾਂ ਨੂੰ ਡਿਬੇਟ ਦੇ ਵਿੱਚ ਹਰਾਇਆ। ਕਿਉਂਕਿ ਗਿਆਨੀ ਦਿੱਤ ਸਿੰਘ ਜੀ ਬੜੇ ਸੁਲਝੇ ਹੋਏ, ਬੜੇ ਉੱਚ ਖਿਆਲਾਂ ਵਾਲੇ ਤੇ ਬੜੇ ਗੂੜ ਗਿਆਨੀ ਸੀਗੇ। ਇਸ ਕਰਕੇ ਉਹਨਾਂ ਨਾਲ ਮੁਕਾਬਲਾ ਸਵਾਮੀ ਦਇਆਨੰਦ ਜਾਂ ਸਾਧੂ ਦਇਆਨੰਦ ਨਹੀਂ ਕਰ ਸਕਿਆ ਤੇ ਉਹਨੂੰ ਹਾਰਨਾ ਪਿਆ। ਦੂਜੀ ਗੱਲ ਇਹ ਸੀ ਕਿ ਗਿਆਨੀ ਦਿੱਤ ਸਿੰਘ ਜੀ ਜਿਹੜੇ ਸੀਗੇ ਉਹ ਆਪਣੇ ਅਕਾਲ ਪੁਰਖ ਗੁਰੂ ਸਾਹਿਬਾਨਾਂ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹੇ ਹੋਏ ਸੀਗੇ। ਉਹਦੇ ਉਲਟ ਸਾਧੂ ਦਇਆਨੰਦ ਜਿਹੜੇ ਸੀਗੇ ਉਹ ਗੁਰੂ ਸਾਹਿਬਾਨਾਂ ਬਾਰੇ ਬਹੁਤਾ ਗਿਆਨ ਨਹੀਂ ਰੱਖਦੇ ਸੀ। ਇਸੇ ਕਰਕੇ ਈਸ਼ਵਰ ਬਾਬਤ ਉਹਨਾਂ ਦੇ ਖਿਆਲ ਜਿਹੜੇ ਨੇ ਉਹਨੇ ਅਗਾਂਹ ਵਧੂ ਨਹੀਂ ਸੀਗੇ, ਜਾਂ ਇਹ ਕਹਿ ਲਓ ਕਿ ਉਹਨੇ ਡੂੰਘਾਈ ਦੇ ਵਿੱਚ ਨਹੀਂ ਸੀਗੇ ਕਿ ਉਹ ਮੁਕਾਬਲਾ ਕਰ ਸਕਦੇ। ਤੀਜੀ ਗੱਲ ਜੋ ਆਪਾਂ ਅਗਾਂਹ ਜਾ ਕੇ ਕਰਾਂਗੇ ਉਹ ਤੁਸੀਂ ਨੋਟ ਕਰਿਓ। ਗਿਆਨੀ ਦਿੱਤ ਸਿੰਘ ਜੀ ਨੇ 30 ਦੇ ਕਰੀਬ ਕਿਤਾਬਾਂ ਜਿਹੜੀਆਂ ਲਿਖੀਆਂ, ਲਗਭਗ 30 ਕਿਤਾਬਾਂ ਨੋਟ ਕਰ ਲਵੋ, ਅਤੇ ਅਨੇਕਾਂ ਹੀ ਲੇਖ ਲਿਖੇ ਸੀਗੇ। ਕਾਫੀ ਅਣਛਪੀਆਂ ਰਚਨਾਵਾਂ ਵੀ ਉਹਨਾਂ ਦੀਆਂ ਮਿਲਦੀਆਂ ਆ। ਸਿੰਘ ਸਭਾ ਲਹਿਰ ਦੇ ਮੋਢੀਆਂ ਵਿੱਚ ਭਾਈ ਦਿੱਤ ਸਿੰਘ ਦਾ ਨਾਮ ਵਿਸ਼ੇਸ਼ ਤੌਰ ਤੇ ਲਿਆ ਜਾਂਦਾ ਆ। ਵੈਰੀ ਇੰਪੋਰਟੈਂਟ। ਸਾਧੂ ਦਇਆਨੰਦ ਨਾਲ ਮੇਰਾ ਸੰਵਾਦ, ਇਹ ਪੁਸਤਕ ਗਿਆਨੀ ਦਿੱਤ ਸਿੰਘ ਹੋਰਾਂ ਦੀ ਲਿਖੀ ਹੋਈ ਆ ਤੇ ਇਸ ਪੁਸਤਕ ਬਾਰੇ ਥੋੜੀ ਜੀ ਚਰਚਾ ਕਰਨੀ ਬਣਦੀ ਆ ਕਿਉਂਕਿ ਇਹ ਪੁਸਤਕ ਬੜੀ ਅਹਿਮ ਆ। ਆਰੰਭ ਵਿੱਚ ਭਾਈ ਜੀ ਦੀ ਆਪਣੀ ਜੀਵਨੀ ਤੇ ਮੁੱਢਲੇ ਹਾਲਾਤ ਦਰਜ ਆ ਸਾਧੂ ਦਇਆਨੰਦ ਨਾਲ ਮੇਰਾ ਸੰਵਾਦ ਪੁਸਤਕ ਦੇ ਵਿੱਚ। ਦੂਜੀ ਗੱਲ ਕਿ ਇਸ ਛੋਟੀ ਜਿਹੀ ਪੁਸਤਕ ਵਿੱਚ ਭਾਈ ਦਿੱਤ ਸਿੰਘ ਜੀ ਦੀ ਵਿਦਵਤਾ, ਬਲ, ਨਿਰਭੈਤਾ ਤੇ ਅਦੁੱਤੀ ਸਾਹਸ ਪੇਸ਼ ਹੋਇਆ ਸਾਨੂੰ ਦਿਸਦਾ ਹੈ। ਵਿਦਿਆਰਥੀਓ, ਗਿਆਨੀ ਦਿੱਤ ਸਿੰਘ ਆਪਣੇ ਸਮੇਂ ਦੇ ਮਹਾਨ ਸੰਵਾਦੀ, ਪੰਡਤ ਜਾਂ ਸਵਾਮੀ ਜਾਂ ਸਾਧੂ ਦਇਆਨੰਦ ਜੀ ਤੋਂ ਜੋ ਨਿਤ ਦੇ ਬਹਿਸ ਅਖਾੜਿਆਂ ਵਿੱਚ ਵੱਡੇ ਵੱਡੇ ਆਲਮਾਂ, ਮਤਲਬ ਵੱਡੇ ਵੱਡੇ ਪੜ੍ਹੇ ਲਿਖੇ ਵਿਦਵਾਨਾਂ, ਫਾਜ਼ਿਲਾਂ, ਪੰਡਤਾਂ ਨੂੰ ਪਛਾੜਨ ਵਾਲੇ ਸਨ, ਕਿਸੇ ਤਰ੍ਹਾਂ ਦਾ ਭੈ ਨਹੀਂ ਖਾਧਾ ਕਿਉਂਕਿ ਗਿਆਨੀ ਦਿੱਤ ਸਿੰਘ ਜੀ ਆਪ ਵੀ ਬੜੇ ਗੁੜੇ ਹੋਏ ਵਿਦਵਾਨ ਸੀਗੇ। ਸਗੋਂ ਆਪਣੇ ਪੱਖ ਨੂੰ ਇੰਨੇ ਸਪਸ਼ਟ ਤੇ ਜ਼ੋਰਦਾਰ ਢੰਗ ਨਾਲ ਬਿਆਨ ਕੀਤਾ ਕਿ ਸਾਧੂ ਦਇਆਨੰਦ ਜੀ ਨੂੰ ਇੱਕ ਨਹੀਂ ਸਗੋਂ 3 ਵਾਰ ਸ਼ਸਤਰ ਅਰਥ ਵਿੱਚ ਹਰਾਇਆ। ਵੈਰੀ 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 ਇੰਪੋਰਟੈਂਟ। ਪੰਡਤ ਦਇਆਨੰਦ ਹੋਰਾਂ ਆਪਣੇ ਸੱਤਿਆ ਪ੍ਰਕਾਸ਼ ਗ੍ਰੰਥ ਵਿੱਚ ਵੱਡੇ ਵੱਡੇ ਧਰਮ ਆਗੂਆਂ, ਮਹਾਪੁਰਸ਼ਾਂ ਉੱਤੇ ਆਪਣੀ ਪ੍ਰਗਾੜ ਨਿੰਦਾ ਦੀ ਬੁਝਾੜ ਦੇ ਪੱਥਰ ਭਰਾਏ ਸਨ। ਭਾਵ ਕਿ ਜਿਹੜਾ ਇਹ ਸਵਾਮੀ ਦਇਆਨੰਦ ਆ, ਉਹਨਾਂ ਨੇ ਆਪਣੀ ਪੁਸਤਕ ਸਤਿਆਰਥ ਪ੍ਰਕਾਸ਼ ਵਿੱਚ ਗੁਰੂ ਸਾਹਿਬਾਨਾਂ ਬਾਰੇ ਤੇ ਸਮੇਂ ਦੇ ਹੋਰ ਵੱਡੇ ਵਿਦਵਾਨਾਂ ਬਾਬਤ ਬਹੁਤ ਘਟੀਆ ਸ਼ਬਦਾਵਲੀ ਵਰਤੀ ਸੀ। ਇਸ ਕਰਕੇ ਗਿਆਨੀ ਦਿੱਤ ਸਿੰਘ ਜੀ ਉਹਨਾਂ ਨਾਲ ਨਾਰਾਜ਼ ਹੋਏ ਤੇ ਉਹਨਾਂ ਨੂੰ ਡਿਬੇਟ ਵਿੱਚ ਹਰਾ ਕੇ ਸਿੱਧ ਕੀਤਾ ਕਿ ਜੋ ਤੁਹਾਡੀ ਇਹ ਪੁਸਤਕ ਆ ਇਹ ਅਸਲ ਵਿੱਚ ਸੱਤਿਆ ਨਹੀਂ, ਸੱਚ ਦੇ ਨੇੜੇ ਨਹੀਂ, ਇਹ ਮੰਨੀਆਂ ਜਾਂ ਆਪਣੇ ਵੱਲੋਂ ਲਿਖੀਆਂ ਹੋਈਆਂ ਗੱਲਾਂ ਆ। ਇਹ ਜੋ ਸੰਵਾਦ ਹੋਇਆ, ਬਹੁਤ ਸਾਰੇ ਵਿਦਵਾਨ ਇਹ 'ਤੇ ਉਂਗਲ ਚੁੱਕਦੇ ਆ ਕਿ ਇਹ ਨਹੀਂ ਹੋਇਆ ਸੀ, ਪਰ ਗਿਆਨੀ ਦਿੱਤ ਸਿੰਘ ਜੀ ਨੇ ਇਹ ਜੋ ਸੰਵਾਦ ਲਿਖਿਆ ਉਹ ਵੀ ਸੱਚ ਆ ਕਿਉਂਕਿ ਹੋਇਆ ਸੀ। ਦੂਜੀ ਗੱਲ, ਸਾਧੂ ਦਇਆਨੰਦ ਹੋਰਾਂ ਦੀ ਜੀਵਨੀ ਲਿਖਣ ਵਾਲੇ ਵੱਖ-ਵੱਖ ਵਿਦਵਾਨਾਂ ਨੇ ਵੀ ਇਸ ਸੰਵਾਦ ਬਾਰੇ ਚਰਚਾ ਕੀਤੀ ਆ। ਅੱਗੇ ਤੁਰਦੇ ਹਾਂ। ਗਿਆਨੀ ਦਿੱਤ ਸਿੰਘ ਜੀ ਦੀ ਸਾਧੂ ਦਇਆਨੰਦ ਨਾਲ ਮੇਰਾ ਸੰਵਾਦ ਤੇ ਦੰਭ ਵਿਦਾਰਣ ਗ੍ਰੰਥ ਵਿੱਚ ਜੋ ਚਰਚਾ ਹੋਈ ਸੀ ਇਸ ਸੰਬੰਧੀ ਸ਼ਾਨਦਾਰ ਢੰਗ ਨਾਲ ਦਰਸਾਇਆ ਗਿਆ ਆ ਕਿਉਂਕਿ ਸਵਾਮੀ ਦਇਆਨੰਦ ਜਿਹੜੇ ਸੀਗੇ ਉਹ ਮਹਾਪੁਰਖਾਂ ਬਾਬਤ ਬਹੁਤ ਗਲਤ ਸ਼ਬਦਾਵਲੀ ਵਰਤ ਗਏ ਸੀਗੇ ਤੇ ਗਿਆਨੀ ਦਿੱਤ ਸਿੰਘ ਨੇ ਉਹਨਾਂ ਦਾ ਭਾਂਡਾ ਭੰਨਿਆ। ਪਿਆਰੇ ਵਿਦਿਆਰਥੀਓ, ਅੱਗੇ ਤੁਰਦੇ ਹਾਂ। ਗਿਆਨੀ ਦਿੱਤ ਸਿੰਘ ਦੇ ਬਾਬਤ ਕੁਝ ਵਿਸ਼ੇਸ਼ ਨੁਕਤੇ, ਵੈਰੀ ਇੰਪੋਰਟੈਂਟ ਨੁਕਤਿਆਂ ਦੇ ਵਿੱਚ ਨੋਟ ਕਰਿਓ। ਪਹਿਲੀ ਗੱਲ ਕਿ ਗਿਆਨੀ ਦਿੱਤ ਸਿੰਘ ਗਿਆਨੀ ਪ੍ਰੋਫੈਸਰ ਸਨ। ਦੂਜੀ ਗੱਲ, ਕਾਵਰਾਜ ਭਾਵ ਮਹਾਨ ਕਵੀ ਸਨ। ਤੀਜੀ ਗੱਲ, ਸਰਬਾਂਗੀ ਵਾਰਤਕ ਲਿਖਾਰੀ ਸਨ। ਚੌਥੀ ਗੱਲ, ਪੰਜਾਬੀ ਪੱਤਰਕਾਰੀ ਦੇ ਪਿਤਾਮਾ ਸਨ। ਵੈਰੀ ਇੰਪੋਰਟੈਂਟ। ਪੰਜਵੀਂ ਗੱਲ, ਭਾਸ਼ਣ ਕਲਾ ਦਾ ਮਾਹਿਰ ਵਿਦਵਾਨ ਸੀ ਗਿਆਨੀ ਦਿੱਤ ਸਿੰਘ। ਤੇ ਛੇਵਾਂ ਨੁਕਤਾ ਹੈ, ਸ਼ਾਸਤਰਾਰਥੀ ਅਖਾੜਿਆਂ ਦੇ ਜੇਤੂ ਸਨ। ਸੱਤਵਾਂ, ਦਲੀਲ ਤੇ ਮੰਤਕ ਦੀ
ਸਫੁਰਤੀ ਦੇ ਸ਼ਾਹ ਸਵਾਰ ਸਨ, ਸੁਭਾਵਾਂ ਦੇ ਸ਼ਿੰਗਾਰ ਸਨ। ਨੌਵੀਂ ਗੱਲ, ਗੁਰਮਤਿ ਦੇ ਸ਼ੁੱਧ ਸਰੂਪ ਤੇ ਨਿਰਭੈ ਵਿਆਖਿਆਕਾਰ ਸਨ। ਵੈਰੀ ਇੰਪੋਰਟੈਂਟ। ਸਮਾਜਿਕ ਕੁਰੀਤੀਆਂ ਦੇ ਮਹਾਨ ਸੁਧਾਰਕ, ਗੁਰਬਾਣੀ ਦੇ ਟੀਕਾਕਾਰ ਤੇ ਇਤਿਹਾਸਕਾਰ ਸਨ ਗਿਆਨੀ ਦਿੱਤ ਸਿੰਘ ਜੀ। ਵੈਰੀ ਇੰਪੋਰਟੈਂਟ। ਮੁੱਕਦੀ ਗੱਲ, ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਸਨ। ਨੋਟ ਕਰ ਲਿਓ। ਅਗਲੀ ਗੱਲ ਕਿ ਸਿੰਘ ਸਭਾ ਲਹਿਰ ਦੇ ਉਸਰਈਆਂ ਵਿੱਚ ਗਿਆਨੀ ਦਿੱਤ ਸਿੰਘ ਜੀ ਦਾ ਨਾਮ ਕਦੇ ਪਹਿਲੇ ਨੰਬਰ ਤੇ ਆਉਂਦਾ ਆ ਤੇ ਕਦੇ ਭਾਈ ਗੁਰਮੁਖ ਸਿੰਘ ਜੀ ਤੋਂ ਪਿੱਛੋਂ ਦੂਜੇ ਨੰਬਰ ਤੇ ਆਉਂਦਾ ਆ। ਪਰ ਉਹਨਾਂ ਦੀਆਂ ਜੋ ਕੋਸ਼ਿਸ਼ਾਂ, ਜੋ ਉਹਨਾਂ ਨੇ ਹਿੰਮਤਾਂ ਕੀਤੀਆਂ, ਉਹਨਾਂ ਨੂੰ ਪਹਿਲੇ ਨੰਬਰ ਤੇ ਹੀ ਰੱਖਿਆ ਜਾਂਦਾ ਆ। ਅਗਲੀ ਗੱਲ ਕਿ ਬੀਤੇ ਅਤੇ ਵਰਤਮਾਨ ਕਾਲ ਦੇ ਸਿੱਖੀ ਦੇ ਸਰੂਪ, ਗੁਰਮਤ ਵਿਚਾਰਧਾਰਾ, ਜਥੇਬੰਦਕ ਸ਼ਕਤੀ ਵਾਲੇ ਸੰਗਠਨ, ਖਾਲਸਾ ਦੀਵਾਨ, ਖਾਲਸਾ ਸਕੂਲ ਤੇ ਖਾਲਸਾ ਕਾਲਜ ਸਿੰਘ ਸਭਾ ਦੀ ਦੇਣ ਹਨ ਤੇ ਜਿਨ੍ਹਾਂ ਨੂੰ ਗਿਆਨੀ ਦਿੱਤ ਸਿੰਘ ਜੀ ਹੋਰਾਂ ਨੇ ਸਿਰਜਿਆ ਸੀ। ਪਿਆਰੇ ਵਿਦਿਆਰਥੀਓ, ਪ੍ਰੋਫੈਸਰ ਗੁਰਮੁਖ ਸਿੰਘ ਖਾਲਸਾ ਗਜ਼ਟ ਅਖਬਾਰ ਤੇ ਰਸਾਲਾ ਸੁਧਾਰਕ ਕੱਢਿਆ ਕਰਦੇ ਸੀਗੇ, ਕਿਉਂਕਿ ਪ੍ਰੋਫੈਸਰ ਗੁਰਮੁਖ ਸਿੰਘ ਦਾ ਗਿਆਨੀ ਦਿੱਤ ਸਿੰਘ ਜੀ ਹੋਰਾਂ ਦੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਸੀ। ਇਸ ਕਰਕੇ ਆਪਾਂ ਇੱਕ ਦੋ ਨੁਕਤੇ ਘੋਖਣੇ ਆ। ਫਿਰ 1880 ਵਿੱਚ ਅਖਬਾਰ ਖਾਲਸਾ ਸਿੰਘ ਸਭਾ ਲਾਹੌਰ ਵੱਲੋਂ ਪ੍ਰਕਾਸ਼ਿਤ ਹੋਣਾ ਸ਼ੁਰੂ ਹੋਇਆ। ਪਹਿਲਾ ਐਡੀਟਰ ਭਾਈ ਝੰਡਾ ਸਿੰਘ ਗਿਆਨੀ, ਜੋ ਸੰਗਰੂਰ ਦੇ ਸੀਗੇ, ਉਹ ਬਣੇ। ਉਹ ਬ੍ਰਿਜ ਭਾਸ਼ਾ ਦੀ ਸ਼ਬਦਾਵਲੀ ਵਧੇਰੇ ਵਰਤਦੇ ਸੀਗੇ, ਇਸ ਕਰਕੇ ਉਹ ਛੇਤੀ ਹੀ ਸੰਪਾਦਕੀ ਤੋਂ ਛੁੱਟੀ ਕਰ ਗਏ। ਦੂਜੇ ਐਡੀਟਰ ਜਾਂ ਸੰਪਾਦਕ ਡੀ.ਐਸ. ਗਿਆਨੀ ਜੀ ਬਣੇ। ਹੁਣ ਤੁਸੀਂ ਕਹੋਗੇ ਕਿ ਡੀ.ਐਸ. ਗਿਆਨੀ ਕੌਣ ਆ, ਤਾਂ ਕਰੋ ਨੋਟ ਜੀ। ਖਾਲਸਾ ਅਖਬਾਰ ਦੇ ਐਡੀਟਰ ਵਜੋਂ ਪ੍ਰਿੰਟ ਲਾਈਨ ਤੇ ਐਡੀਟਰੀ ਦੇ ਰੂਪ ਵਿੱਚ ਪਹਿਲਾਂ ਡੀ.ਐਸ. ਗਿਆਨੀ ਨਾਮ ਛਪਣਾ ਸ਼ੁਰੂ ਹੋਇਆ ਸੀਗਾ। ਥੋੜੇ ਦਿਨਾਂ ਪਿੱਛੋਂ ਸਪਸ਼ਟ ਰੂਪ ਵਿੱਚ ਗਿਆਨੀ ਦਿੱਤ ਸਿੰਘ ਲਿਖਿਆ ਜਾਣ ਲੱਗਾ। ਵਾਹ, ਵੈਰੀ ਇੰਪੋਰਟੈਂਟ। ਹਫ਼ਤਾਵਾਰੀ ਅਖਬਾਰ ਜਦੋਂ ਗਿਆਨੀ ਦਿੱਤ ਸਿੰਘ ਜੀ ਦੇ ਹੱਥਾਂ ਦੇ ਵਿੱਚ ਆਈ, ਸੰਪਾਦਕੀ ਵਿੱਚ ਆਈ, ਤਾਂ ਚਰਚਾ ਦਾ ਵਿਸ਼ਾ ਬਣ ਗਈ। ਲੋਕਾਂ ਨੇ ਵਿਸ਼ੇਸ਼ ਨੋਟ ਲਿਆ ਇਸ ਅਖਬਾਰ ਦਾ। ਡਾਕਟਰ ਚਰਨ ਸਿੰਘ ਦੇ ਅਖਬਾਰ ਖਾਲਸਾ ਸਮਾਚਾਰ ਦੇ ਐਡੀਟਰ, ਉਹਨਾਂ ਦੇ ਪੁੱਤਰ ਭਾਈ ਵੀਰ ਸਿੰਘ ਨੇ ਵੀ ਗਿਆਨੀ ਦਿੱਤ ਸਿੰਘ ਦੀ ਸੰਪਾਦਨਾ ਵਾਲਾ ਸਟਾਈਲ ਖਾਲਸਾ ਸਮਾਚਾਰ ਦਾ ਰੱਖਿਆ। ਹੁਣ ਤੁਸੀਂ ਨੁਕਤੇ ਨੋਟ ਕਰ ਲਿਓ ਕਿ ਖਾਲਸਾ ਅਖਬਾਰ ਜਿਹੜੀ ਆ ਉਹ ਗਿਆਨੀ ਦਿੱਤ ਸਿੰਘ ਐਡਿਟ ਕਰਦੇ ਸੀ। ਖਾਲਸਾ ਸਮਾਚਾਰ ਅਖਬਾਰ ਜਿਹੜੀ ਆ ਇਹ ਭਾਈ ਵੀਰ ਸਿੰਘ ਐਡਿਟ ਕਰਦੇ ਸੀ। ਇਹਦਾ ਵਿੱਚ ਵਖਰੇਵਾਂ ਜ਼ਰੂਰ ਕਰ ਲਿਓ। ਇੱਕ ਬੱਚੇ ਭੁਲੇਖਾ ਖਾਂਦੇ ਹੁੰਦੇ ਆ, ਗਿਆਨੀ ਦਿੱਤ ਸਿੰਘ ਤੇ ਗਿਆਨੀ ਗੁਰਦਿੱਤ ਸਿੰਘ। ਇਹ ਭਾਈ ਇੱਕ ਬੰਦਾ ਨਹੀਂ ਹੈਗਾ, ਦੋ ਵੱਖੋ ਵੱਖਰੇ ਵਿਦਵਾਨ ਆ। ਅੱਜ ਆਪਾਂ ਦਿੱਤ ਸਿੰਘ ਜੀ ਬਾਬਤ ਗੱਲ ਕਰ ਰਹੇ ਆ, ਅਗਾਂਹ ਜਾ ਕੇ ਗਿਆਨੀ ਗੁਰਦਿੱਤ ਸਿੰਘ ਜੀ ਬਾਬਤ ਵੀ ਗੱਲ ਕਰਾਂਗੇ। ਪਰ ਇਹ ਵੱਖੋ ਵੱਖਰੇ ਨੇ, ਇੱਕ ਨਹੀਂ ਹੈਗਾ। ਆਪੋ ਆਪਣੀ ਥਾਂ ਤੇ ਇਹ ਬੜੇ ਸ੍ਰੇਸ਼ਟ ਵਿਦਵਾਨ ਨੇ, ਬੜੇ ਉੱਚੇ ਵਿਦਵਾਨ ਨੇ। ਗਿਆਨੀ ਦਿੱਤ ਸਿੰਘ ਹੁਰਾਂ ਦਾ ਵਿਆਹ 1872 ਈਸਵੀ ਵਿੱਚ ਹੋਇਆ। ਉਹਨਾਂ ਦੀ ਸੁਪਤਨੀ ਬਿਸ਼ਨਦੇਈ, ਸਹੁਰਾ ਸਾਹਿਬ ਸੰਤ ਭਾਗ ਸਿੰਘ ਜੀ, ਸੰਤ ਕੌਲਦਾਸ ਜੀ ਨੇ ਇਸ ਵਿਆਹ ਦੀ ਰਸਮ ਕੀਤੀ ਸੀ। ਇਸ ਪਿੱਛੋਂ ਮੈਣ ਦੁਆਬ ਦੇ ਇਲਾਕੇ ਤੋਂ ਗਿਆਨੀ ਦਿੱਤ ਸਿੰਘ ਨਗਰ ਪਿੰਡ ਚੱਠੇ ਲਾਹੌਰ ਚਲੇ ਗਏ ਸੀ। ਠੀਕ ਹੈ ਜੀ, ਵਿਆਹ ਤੋਂ ਮਗਰੋਂ ਉਹ ਲਾਹੌਰ ਚਲੇ ਗਏ ਸੀ। ਗਿਆਨੀ ਦਿੱਤ ਸਿੰਘ ਜੀ ਦਾ ਕਥਨ ਆਪਾਂ ਪੜ੍ਹਦੇ ਹਾਂ, ਕਿਉਂਕਿ ਆਪਾਂ ਹਵਾਲੇ ਤੋਂ ਬਿਨਾਂ ਗੱਲ ਨਹੀਂ ਕਰਦੇ। ਆਓ ਹੂਬਹੂ ਮੈਂ ਪੜ੍ਹਨ ਲੱਗਿਆ, ਕਰਿਓ ਨੋਟ। ਇਸ ਬਾਤ ਨੂੰ ਹਰ ਇੱਕ ਪੁਰਖ ਜਾਣਦਾ ਹੈ ਕਿ ਮੇਰਾ ਜਨਮ ਸੰਤਾਂ ਦੇ ਘਰ ਹੋਇਆ ਸੀ ਔਰ ਮੇਰੇ ਪਿਤਾ ਜੀ ਲੋਕਾਂ ਨੂੰ ਇਹ ਉਪਦੇਸ਼ ਕਰਦੇ ਸਨ ਜੋ ਅੱਜ ਕੱਲ੍ਹ ਮੈਂ ਕਰ ਰਿਹਾ ਹਾਂ। ਇਹ ਗਿਆਨੀ ਦਿੱਤ ਸਿੰਘ ਜੀ ਹੋਰਾਂ ਦੇ ਆਪਣੇ ਵਿਚਾਰ ਨੇ, ਉਹਨਾਂ ਨੇ ਆਪਣੇ ਬਾਬਤ ਲਿਖਿਆ। ਗਿਆਨੀ ਦਿੱਤ ਸਿੰਘ ਜੀ ਦੇ ਸ਼ਾਗਿਰਦਾਂ ਦੇ ਵਿੱਚ ਬਾਰੂ ਨੰਬਰਦਾਰ ਦਾ ਨਾਮ ਵੀ ਨੋਟ ਕਰ ਲਵੋ, ਸਮੁੰਦਾ ਦਾ ਨਾਮ ਵੀ ਨੋਟ ਕਰ ਲਵੋ, ਸਰਦਾਰ ਪ੍ਰਤਾਪ ਸਿੰਘ ਢਕਾਨਸੂ ਰਾਜਪੁਰਾ ਨਿਵਾਸੀ ਦਾ ਨਾਮ ਵੀ ਨੋਟ ਕਰ ਲਵੋ। ਹੋਰ ਵੀ ਬਹੁਤ ਸਾਰੇ ਉਹਨਾਂ ਦੇ ਸ਼ਾਗਿਰਦਾਂ ਚੇਲਿਆਂ ਦੇ ਵਿੱਚ ਆਉਂਦੇ ਨੇ। ਜੇਕਰ ਆਪਾਂ ਗਿਆਨੀ ਦਿੱਤ ਸਿੰਘ ਜੀ ਦਾ ਮੁੱਢਲਾ ਨਾਮ ਜਾਣਨਾ ਹੋਵੇ ਤਾਂ ਦਿੱਤਾ ਰਾਮ, ਫਿਰ ਉਹਨਾਂ ਨੂੰ ਕਈਆਂ ਨੇ ਹਰਦਿੱਤ ਰਾਮ ਵੀ ਕਿਹਾ।
ਪਹਿਲਾਂ ਦਿੱਤ ਰਾਮ, ਫਿਰ ਹਰਦਿੱਤ ਰਾਮ। ਠੀਕ ਹੈ ਜੀ। ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਪ੍ਰਤਿਭਾ ਦੇ ਪਹਾੜ ਸਾਧੂ ਦਿੱਤ ਰਾਮ ਨੂੰ ਭਾਈ ਜਾਂ ਗਿਆਨੀ ਦਿੱਤ ਸਿੰਘ ਗਿਆਨੀ ਦੇ ਰੂਪ ਵਿੱਚ ਉਘਾੜ ਕੇ ਸਿੱਖ ਮੰਚ ਦਾ ਸ਼ਿੰਗਾਰ ਬਣਾਇਆ। ਵੈਰੀ 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 ਇੰਪੋਰਟੈਂਟ। ਗਿਆਨੀ ਦਿੱਤ ਸਿੰਘ ਜੀ ਦਾ ਚੱਠਿਆਂ ਵਾਲੇ ਡੇਰੇ ਤੇ ਗੁਲਾਬਦਾਸੀਆਂ ਨਾਲ ਪਹਿਲਾ ਜੀਵਨ ਭਾਵ ਬਚਪਨ ਜੁੜਦਾ ਆ। ਠੀਕ ਹੈ ਜੀ। ਉਸ ਵੇਲੇ ਭਾਈ ਦਿੱਤ ਰਾਮ ਹੋਰਾਂ ਅਬਲਾ ਨਿੰਦ ਪੁਸਤਕ ਲਿਖੀ ਸੀਗੀ ਤੇ ਇਸ ਵਿੱਚ ਕਾਫੀ ਸਾਰੇ ਵਿਚਾਰ ਉਹਨਾਂ ਦੇ ਉਗੜ ਕੇ ਸਾਹਮਣੇ ਆਉਂਦੇ ਆ। ਗਿਆਨੀ ਦਿੱਤ ਸਿੰਘ ਇੱਕ ਟੀਕਾ ਸਰਲ ਭਾਸ਼ਾ ਵਿੱਚ ਕਰ ਰਹੇ ਸਨ। ਠੀਕ ਹੈ ਜੀ। ਜਿਸ ਵਿੱਚੋਂ ਇੱਕ ਇੱਕ ਸ਼ਬਦ ਦੀ ਵਿਆਖਿਆ ਖਾਲਸਾ ਅਖਬਾਰ ਵਿੱਚ ਛਾਪੀ ਜਾਂਦੀ ਸੀ। ਹੈਡਿੰਗ ਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼। ਠੀਕ ਹੈ ਜੀ। ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਹੇਠ ਗਿਆਨੀ ਦਿੱਤ ਸਿੰਘ ਜੀ ਇੱਕ ਟੀਕਾ ਕਰ ਰਹੇ ਸੀ, ਜਿਹਦੀ ਸਰਲ ਭਾਸ਼ਾ ਦੇ ਵਿੱਚ ਵਿਆਖਿਆ ਕੀਤੀ ਜਾਂਦੀ ਸੀ। ਅਗਲੀ ਗੱਲ ਕਿ ਖਾਲਸਾ ਸਮਾਚਾਰ ਦੇ ਵਿੱਚ ਹਰ ਨੁਕਤੇ ਨੂੰ ਛਾਪਿਆ ਜਾਂਦਾ ਸੀ। ਅਗਲਾ ਨੁਕਤਾ ਬਹੁਤ ਅਹਿਮ ਆ। ਮੈਕਾਲਿਫ ਬੜਾ ਵੱਡਾ ਵਿਦਵਾਨ ਹੋਇਆ, ਅੰਗਰੇਜ਼ੀ ਦਾ ਅੰਗਰੇਜ਼ ਸੀ ਉਹ। ਮੈਕਾਲਿਫ ਨੂੰ ਅੰਗਰੇਜ਼ੀ ਵਿੱਚ ਟੀਕਾ ਕਰਨ ਲਈ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਦੀ ਮਦਦ ਪ੍ਰਾਪਤ ਹੋਈ ਸੀ। ਵੈਰੀ ਇੰਪੋਰਟੈਂਟ। ਮੈਕਾਲਿਫ ਨੇ ਸਿੱਖ ਰਿਲੀਜਨ, ਉਹਨਾਂ ਦੀ ਪੁਸਤਕ ਦਾ ਨਾਮ ਆ ਦ ਸਿੱਖ ਰਿਲੀਜਨ, ਰਚਿਤ ਮੈਕਾਲਿਫ ਦੇ ਆਰੰਭ ਵਿੱਚ 5 ਵਿਦਵਾਨਾਂ ਦੇ ਚਿੱਤਰ ਦਿੱਤੇ ਹਨ, ਜਿਨ੍ਹਾਂ ਤੋਂ ਉਹਨਾਂ ਨੇ ਗੁਰਬਾਣੀ ਸਮਝਣ ਤੇ ਟੀਕਾ ਕਰਨ ਵਿੱਚ ਮਦਦ ਪ੍ਰਾਪਤ ਕੀਤੀ ਸੀ। ਭਾਈ ਦਿੱਤ ਸਿੰਘ ਜੀ ਦਾ ਚਿੱਤਰ ਉਹਨਾਂ ਵਿਦਵਾਨਾਂ ਵਿੱਚ ਸ਼ਾਮਲ ਹੈ। ਕਿੱਡੀ ਵੱਡੀ ਪ੍ਰਾਪਤੀ ਆ, ਲਿਖ ਲਓ, ਕਰ ਲਓ ਨੋਟ। ਖਾਲਸਾ ਸਮਾਚਾਰ ਅਦਾਲਤੀ ਕਾਰਵਾਈਆਂ ਕਾਰਨ ਬੰਦ ਹੋ ਗਿਆ ਸੀਗਾ, ਕਿਉਂਕਿ ਗਿਆਨੀ ਦਿੱਤ ਸਿੰਘ ਜੀ ਦੇ ਵਿਰੋਧੀ ਉੱਠ ਪਏ ਸੀ। ਉਹਨਾਂ ਨੇ ਗਿਆਨੀ ਦਿੱਤ ਸਿੰਘ ਜੀ ਦੀਆਂ ਕਾਰਵਾਈਆਂ ਤੋਂ, ਨੇਕ ਕੰਮਾਂ ਤੋਂ ਚਿੜ ਕਾਰਨ ਉਹਨਾਂ ਵਿਰੁੱਧ ਕੇਸ ਕਰ ਦਿੱਤਾ, ਜਿਸ ਨੂੰ ਮੁੜ ਭਾਈ ਦਿੱਤ ਸਿੰਘ ਨੇ ਹਿੰਮਤ ਨਾਲ ਇਕੱਲਿਆਂ 1893 ਈਸਵੀ ਵਿੱਚ ਛਾਪਣਾ ਸ਼ੁਰੂ ਕਰ ਦਿੱਤਾ। ਇਹ ਬੜੀ ਵੱਡੀ ਹਿੰਮਤ ਸੀ, ਕਿਉਂਕਿ ਇਹ ਅਖਬਾਰ ਇਕੱਲਿਆਂ ਛਾਪਣੀ ਬੜੀ ਮੁਸ਼ਕਲ ਹੁੰਦੀ ਆ, ਬਹੁਤ ਖਰਚਾ ਹੁੰਦਾ ਆ, ਬਹੁਤ ਹਿੰਮਤ ਕਰਨੀ ਪੈਂਦੀ ਆ, ਸੰਪਾਦਨਾ ਬੜੀ ਮੁਸ਼ਕਲ ਕੰਮ ਆ, ਪਰ ਗਿਆਨੀ ਦਿੱਤ ਜੀ ਨੇ ਕੀਤਾ। ਉਹਨਾਂ ਨੂੰ ਸਲਾਮ। ਖਾਲਸਾ ਕਾਲਜ ਵੱਲੋਂ ਜੋ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਪਦ ਜਾਂ ਅਹੁਦੇ ਧਾਰਮਿਕ ਮੈਂਬਰ ਉੱਤੇ ਗਿਆਨੀ ਦਿੱਤ ਸਿੰਘ ਜੀ ਜੀਵਨ ਭਰ ਧਾਰਮਿਕ ਮੁਖੀ ਰਹੇ। ਉਹਨਾਂ ਦੇ ਅਕਾਲ ਚਲਾਣੇ ਮਗਰੋਂ ਇਹ ਪਦਵੀ ਭਾਈ ਕਾਹਨ ਸਿੰਘ ਨਾਭਾ ਨੂੰ ਪ੍ਰਾਪਤ ਹੋਈ। ਪਿਆਰੇ ਵਿਦਿਆਰਥੀਓ, ਇਹ ਵੀ ਨੁਕਤਾ ਨੋਟ ਕਰ ਲਵੋ, ਕਿਉਂਕਿ ਆਪਾਂ ਕੜੀਆਂ ਜੋੜ ਰਹੇ ਹਾਂ। ਗਿਆਨੀ ਦਿੱਤ ਸਿੰਘ ਜੀ ਬੜੇ ਕਮਾਲ ਦੇ ਵਿਦਵਾਨ ਨੇ। ਮੈਕਾਲਿਫ ਉਹਨਾਂ ਤੋਂ ਗੁਰਬਾਣੀ ਦੀ ਵਿਆਖਿਆ ਜਾਂ ਟੀਕਾ ਕਰਨ ਵਿੱਚ ਸਹਾਇਤਾ ਲੈ ਰਿਹਾ ਸੀ। ਜਿਹੜੇ ਅਹੁਦੇ ਤੇ ਗਿਆਨੀ ਦਿੱਤ ਸਿੰਘ ਜੀ ਬੈਠੇ ਸੀ, ਕਿਉਂਕਿ ਕਾਲਜ ਦੇ ਪ੍ਰੋਫੈਸਰ ਸੀ, ਯੂਨੀਵਰਸਿਟੀ ਦੇ ਪ੍ਰੋਫੈਸਰ ਸੀ, ਉਸੇ ਹੀ ਪਦਵੀ ਤੇ ਭਾਈ ਕਾਹਨ ਸਿੰਘ ਨਾਭਾ ਨੂੰ ਬਾਅਦ ਵਿੱਚ ਸੁਸ਼ੋਭਿਤ ਹੋਣਾ ਬੜਾ ਵੱਡੀ ਗੱਲ ਆ। ਉਸ ਤੋਂ ਬਾਅਦ ਆਪਾਂ ਗਿਆਨੀ ਦਿੱਤ ਸਿੰਘ ਜੀ ਦੀਆਂ ਲਿਖਤਾਂ ਨੂੰ ਜੇ ਘੋਖਣਾ ਹੋਵੇ ਤਾਂ ਉਹਨਾਂ ਦੀਆਂ ਲਿਖਤਾਂ ਨੂੰ 3 ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਆ। ਗੁਰੂ ਸਾਹਿਬਾਨਾਂ ਦੇ ਜੀਵਨ ਨਾਲ ਸੰਬੰਧਿਤ ਪਹਿਲੀ ਗੱਲ ਤਾਂ ਇਹਨਾਂ ਵਿੱਚ ਜਨਮ ਸਾਖੀ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਚਰਿੱਤਰ, ਗੁਰੂ ਸਾਹਿਬਾਨ ਦੇ ਸੰਖੇਪ ਜੀਵਨ ਬਿਰਤਾਂਤ ਜਾਂ ਜਨਮ ਸਾਖੀਆਂ ਆ ਜਾਂਦੀਆਂ ਆ। ਇਹ ਪੁਸਤਕਾਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਲਈ ਸਰਲ ਭਾਸ਼ਾ ਵਿੱਚ ਤਿਆਰ ਕੀਤੀਆਂ ਗਈਆਂ ਸਨ। ਕਿਸ਼ੋਰ ਅਵਸਥਾ ਦੇ ਬਾਲਾਂ ਨੂੰ ਗੁਰੂ ਸਾਹਿਬਾਨ ਦੇ ਜੀਵਨ ਬਿਰਤਾਂਤਾਂ ਤੋਂ ਜਾਣੂ ਕਰਵਾਉਣਾ ਇਹਨਾਂ ਪੁਸਤਕਾਂ ਦਾ ਮਨੋਰਥ ਸੀ ਤੇ ਹੁਣ ਵੀ ਹੈ। ਠੀਕ ਹੈ ਜੀ। ਤੇ ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨਾਂ ਦੇ ਸਿੱਖਾਂ ਦੇ ਪ੍ਰਸੰਗ ਅਤੇ ਯੋਧਿਆਂ ਤੇ ਧਰਮ ਲਈ ਸ਼ਹੀਦ ਹੋਣ ਵਾਲਿਆਂ ਵੀਰਾਂ ਦੇ ਬਿਰਤਾਂਤ ਵੀ ਗਿਆਨੀ ਦਿੱਤ ਸਿੰਘ ਹੋਰਾਂ ਨੇ ਲਿਖੇ। ਸ਼ਹੀਦੀਆਂ ਦੀ ਲੜੀ ਵਿੱਚ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸਿੱਖ ਬੱਚੇ ਦੀ ਸ਼ਹੀਦੀ ਤੱਕ ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਆਦ ਸ਼ਹੀਦ ਸਿੰਘ ਸਿੰਘਣੀਆਂ ਦੇ ਵੇਰਵੇ ਭਰੇ 8 ਬਿਰਤਾਂਤ ਕਵਿਤਾਵਾਂ ਵਿੱਚ ਉਹਨਾਂ ਦੇ ਲਿਖੇ ਗਏ ਮਿਲਦੇ ਆ।
ਵੈਰੀ ਇੰਪੋਰਟੈਂਟ। ਦੂਜੀ ਗੱਲ, ਉਹਨਾਂ ਦਾ ਦੂਜਾ ਖੇਤਰ ਸੀ ਦੰਭ ਬਿਦਾਰਨੀ ਸਾਹਿਤ ਦਾ। ਇਸ ਵਿੱਚ ਸਾਧੂ ਦਇਆਨੰਦ ਤੇ ਮੇਰਾ ਸੰਵਾਦ ਪੁਸਤਕ, ਬਿਦਾਰਣ ਗ੍ਰੰਥ, ਤੀਜੀ ਗੁੱਗਾ ਗੋਪੌੜ, ਚੌਥੀ ਪੁਸਤਕ ਸੁਲਤਾਨ ਪਵਾੜਾ, ਪੰਜਵੀਂ ਪੁਸਤਕ ਪੰਮਾ ਪ੍ਰਬੋਧ, ਛੇਵੀਂ ਪੁਸਤਕ ਮੀਰਾ ਮਨੌਤ, ਸੱਤਵੀਂ ਪੁਸਤਕ ਸਵਪਨ ਨਾਟਕ ਆਦਿ ਪੁਸਤਕਾਂ ਦਾ ਨਾਮ ਦਰਜ ਕੀਤਾ ਜਾ ਸਕਦਾ ਆ। ਪਿਆਰੇ ਵਿਦਿਆਰਥੀਓ, ਪਖੰਡ ਖੰਡਨ ਅਧੀਨ ਵੱਡੀ ਪੁਸਤਕ ਦੁਰਗਾ ਪ੍ਰਬੋਧ, ਦੂਜੀ ਕਲੀ ਸਿੱਖ ਪ੍ਰਬੋਧ, ਤੀਜੀ ਪੁਸਤਕ ਦਲੇਰ ਸਿੰਘ ਡਰਪੋਕ ਸਿੰਘ ਆਦਿ ਵਰਣਨਯੋਗ ਮੰਨੀਆਂ ਜਾਂਦੀਆਂ ਆ। ਗੁਰਮਤਿ ਸਿਧਾਂਤ ਦੀਆਂ ਪੁਸਤਕਾਂ ਦੇ ਵਿੱਚ ਗੁਰੂ ਨਾਨਕ ਪ੍ਰਬੋਧ, ਪੰਥ ਪ੍ਰਬੋਧ, ਅੰਮ੍ਰਿਤ ਪ੍ਰਬੋਧ ਆਦਿ ਪੁਸਤਕਾਂ ਦੇ ਨਾਮ ਨੋਟ ਕਰੋ। ਫੁਟਕਲ ਜੇਕਰ ਆਪਾਂ ਰਚਨਾਵਾਂ ਵੇਖਣੀਆਂ ਹੋਣ, ਗਿਆਨੀ ਦਿੱਤ ਸਿੰਘ ਜੀ ਦੀਆਂ ਕਿੱਸਾ ਸ੍ਰੀ ਫਰਹਾਦ ਦਾ 1872 ਈਸਵੀ ਵਿੱਚ ਉਹਨਾਂ ਨੇ ਲਿਖਿਆ। ਅਬਲਾ ਨਿੰਦ ਪੁਸਤਕ 1876 ਵਿੱਚ ਲਿਖੀ। ਇਸੇ ਤਰ੍ਹਾਂ ਹੀ ਸਮੱਸਿਆ ਪੂਰਤੀ ਪੁਸਤਕ, ਨੀਤੀ ਵਾਰਤਾ ਪੁਸਤਕ, ਰਾਜ ਪ੍ਰਬੋਧ ਨਾਟਕ ਵੈਰੀ ਇੰਪੋਰਟੈਂਟ ਆਦਿ ਪੁਸਤਕਾਂ ਜਿਹੜੀਆਂ ਨੇ ਉਹਨਾਂ ਦੀਆਂ ਲਿਖੀਆਂ ਹੋਈਆਂ ਮਿਲਦੀਆਂ ਨੇ। ਗਿਆਨੀ ਦਿੱਤ ਸਿੰਘ ਜੀ ਦਾ ਚਲਾਣਾ ਜਾਂ ਅਕਾਲ ਪੁਰਖ ਨੂੰ ਪਿਆਰੇ ਹੋਣਾ ਜਿਗਰ ਦੀ ਬਿਮਾਰੀ ਦੇ ਕਾਰਨ ਹੋਇਆ। ਜਿਵੇਂ ਕਿ ਪੁਰਾਣੇ ਅਖਬਾਰਾਂ ਤੋਂ ਸਾਨੂੰ ਪਤਾ ਲੱਗਦਾ ਆ ਕਿ ਪੇਚਸਾ ਨਾਲ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਚਲਾਣੇ ਨੂੰ, ਕਿਉਂਕਿ ਗਿਆਨੀ ਦਿੱਤ ਸਿੰਘ ਜੀ ਬੜੇ ਵੱਡੇ ਵਿਦਵਾਨ ਸੀ, ਇਸ ਕਰਕੇ ਉਹਨਾਂ ਦੇ ਸੰਸਾਰ ਨੂੰ ਛੱਡ ਜਾਣ ਨੂੰ ਕੌਮ ਲੁੱਟੀ ਗਈ ਦੀ ਹਾਹਾਕਾਰ ਦੀ ਧੁਨੀ 'ਚ ਸਿੱਖ ਸੰਗਤਾਂ ਨੇ ਕੰਬਦੇ ਹਿਰਦਿਆਂ ਨਾਲ ਸੁਣਿਆ ਸੀ। ਇਹ ਬਹੁਤ ਹੀ ਭਾਵੁਕਤਾ ਵਾਲੀ ਅਵਸਥਾ ਸੀ। ਭਾਈ ਵੀਰ ਸਿੰਘ ਜੀ ਦੀ ਇੱਕ ਕਵਿਤਾ ਸੀਗੀ, ਮੈਂ ਤੁਹਾਨੂੰ ਸੁਣਾਉਣ ਲੱਗਾ ਆ। ਉਹਨਾਂ ਨੇ ਕੀ ਲਿਖਿਆ, ਇੱਕ ਵਾਰ ਸੁਣਿਓ ਤਾਂ ਸਹੀ। ਜਾਗੋ ਜਾਗੋ ਜੀ ਦਿੱਤ ਸਿੰਘ ਪਿਆਰੇ, ਕੌਮ ਬੈਠੀ ਸਰਾਣੇ ਜਗਾਵੇ, ਕਿਉਂ ਕੀਤੀ ਨੀਂਦ ਪਿਆਰੀ, ਕਿਉਂ ਜਾਗ ਤੁਹਾਨੂੰ ਨਾ ਆਵੇ, ਕਦੀ ਕੌਮ ਜਗਾਈ ਸੀ ਤੈਨੇ, ਲੰਮੇ ਕੱਢ ਕੱਢ ਵੈਣ ਤੇ ਹਾਵੇ, ਹਾਂ ਜਗਾਏ ਕੇ ਕੌਮ ਭੁਲੱਕੜ, ਆਪ ਸੌਂ ਗਏ ਹੋਏ ਬੇਦਾਵੇ, ਆਪਣੀ ਵਾਰੀ ਤੇ ਹੁਣ ਜਾਗੋ, ਇਹ ਨੀਂਦ ਨਾ ਸਾਨੂੰ ਭਾਵੇ, ਕੀਤੀ ਕੌਮ ਜਗਾਏ ਨਾ ਤਕੜੀ, ਨਿਰਬਲ ਛੱਡ ਨਾ ਹੋਵ ਨਾ ਵਾਵੇ, ਦੇਈਏ ਦੁੱਖ ਨਾ ਸੁੱਤੇ ਨੂੰ, ਐਪਲ ਤੇਰੇ ਜਿਹਾ ਨਾ ਨਜ਼ਰੀ ਆਵੇ, ਜਿਹੜਾ ਪੰਥ ਦੀ ਰੱਖਿਆ ਸੰਭਾਲੇ, ਭਾਰੀ ਪੰਡ ਨੂੰ ਸਿਰ ਤੇ ਚਾਵੇ। ਗਿਆਨੀ ਦਿੱਤ ਸਿੰਘ ਜੀ ਹੋਰਾਂ ਬਾਰੇ ਭਾਈ ਵੀਰ ਸਿੰਘ ਦੀ ਇਹ ਭਾਵੁਕਤਾ ਵਾਲੀ ਕਵਿਤਾ, ਉਹਨਾਂ ਨੇ ਇਹ ਸਿੱਧ ਕਰ ਦਿੱਤਾ ਕਿ ਗਿਆਨੀ ਦਿੱਤ ਸਿੰਘ ਜੀ ਵਰਗਾ ਉਹਨਾਂ ਨੂੰ ਕਿਤੇ ਵੀ ਨਜ਼ਰ ਨਹੀਂ ਆਉਂਦਾ ਉਹਨਾਂ ਦੇ ਸਮਿਆਂ ਵਿੱਚ। ਇਸ ਕਰਕੇ ਉਹਨਾਂ ਦੀ ਭੂਮਿਕਾ ਬੜੀ ਵਡੇਰੀ ਆ। ਖਾਲਸਾ ਅਖਬਾਰ ਲਾਹੌਰ ਦੇ ਸਫਾ ਨੰਬਰ 8 ਦੇ ਉੱਪਰ ਇਹ ਕਵਿਤਾ ਛਪੀ ਸੀਗੀ। ਅਰਥੀ ਦੇ ਜਲੂਸ ਸਮੇਂ ਇਹ ਕਵਿਤਾ ਨਾਲੋਂ ਨਾਲ ਗਾਈ ਜਾਂਦੀ ਰਹੀ ਆ। ਭਾਈ ਵੀਰ ਸਿੰਘ ਜੀ ਦੇ ਪਰਚੇ ਵਿੱਚ ਇੱਕ ਹੋਰ ਕਵਿਤਾ ਭਾਈ ਦਿੱਤ ਸਿੰਘ ਜੀ ਦੀ ਕਲਮ ਦਾ ਵਿਰਲਾਪ ਵੀ ਛਪੀ ਸੀ, ਵੈਰੀ ਇੰਪੋਰਟੈਂਟ। ਭਾਈ ਵੀਰ ਸਿੰਘ ਜੀ ਦੀ ਸੰਪਾਦਨਾ ਹੇਠ ਖਾਲਸਾ ਸਮਾਚਾਰ ਨੇ 1 ਮਹੀਨਾ ਕਾਲੇ ਹਾਸ਼ੀਏ ਲਾ ਲਾ ਕੇ ਕੌਮੀ ਸ਼ੋਕ ਮਨਾਇਆ ਸੀ। ਏਡੇ ਵੱਡੇ ਵਿਦਵਾਨ ਸੀ। ਭਾਈ ਵੀਰ ਸਿੰਘ ਨੇ ਇਸ ਪਰਚੇ ਮਿਤੀ 11 ਸਤੰਬਰ 1901 ਵਿੱਚ 3 ਕਵਿਤਾਵਾਂ ਛਾਪੀਆਂ ਸੀ, ਗਿਆਨੀ ਦਿੱਤ ਸਿੰਘ ਜੀ ਨਾਲ ਸੰਬੰਧਿਤ ਲਿਖ ਕੇ ਆਪਣੀਆਂ। ਠੀਕ ਹੈ ਜੀ। ਤੇ ਮੁੱਖ ਸਫ਼ੇ ਤੇ ਗਿਆਨੀ ਜੀ ਦੇ ਚਲਾਣੇ ਦੀ, ਅਕਾਲ ਚਲਾਣੇ ਦੀ ਖਬਰ ਛਾਪੀ ਸੀ ਆਪਣੀ ਅਖਬਾਰ ਖਾਲਸਾ ਸਮਾਚਾਰ ਦੇ। ਭਾਈ ਵੀਰ ਸਿੰਘ ਜੀ ਨੇ ਇਸ ਪਰਚੇ ਵਿੱਚ ਜੋ ਮੁੱਖ ਲੇਖ ਲਿਖਿਆ ਉਸ ਦਾ ਸਿਰਲੇਖ ਭਾਵ ਟਾਈਟਲ ਹੈ ਕੌਮ ਲੁੱਟੀ ਗਈ, ਵੈਰੀ ਇੰਪੋਰਟੈਂਟ। ਭਾਈ ਵੀਰ ਸਿੰਘ ਜੀ ਨੇ ਇਸ ਲੇਖ ਵਿੱਚ ਭਾਈ ਦਿੱਤ ਸਿੰਘ ਜੀ ਦੀ ਐਡੀਟਰੀ ਬਾਰੇ ਜਾਂ ਸੰਪਾਦਨਾ ਬਾਰੇ ਕਿਹਾ ਕਿ ਮੈਂ ਹੂਬਹੂ ਪੜ੍ਹਨ ਲੱਗਾ, ਜੋ ਐਡੀਟਰੀ ਉਹ ਕਰ ਗਏ ਉਹਨਾਂ ਨਾਲ ਹੀ ਸਮਾਪਤ ਹੋ ਗਈ। ਹਵਾਲਾ ਨੋਟ ਕਰੋ, ਖਾਲਸਾ ਟਰੈਕਟ ਸੁਸਾਇਟੀ ਅੰਮ੍ਰਿਤਸਰ ਦੇ ਮਾਸਿਕ ਪੱਤਰ ਨਿਰਗੁਣਿਆਰਾ ਚੋਂ 15 ਜੂਨ 1973 ਦੇ ਵਿੱਚੋਂ ਇਹ ਲਿਆ ਗਿਆ ਆ। ਪਿਆਰੇ ਵਿਦਿਆਰਥੀਓ, ਆਪਾਂ ਹੁਣ ਲੈਕਚਰ ਦੀ ਸਮਾਪਤੀ ਵੱਲ ਨੂੰ ਵਧਦੇ ਹਾਂ।
ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਤੇ ਡਾਕਟਰ ਪਰਮਿੰਦਰ ਸਿੰਘ ਹੋਰਾਂ ਦੀਆਂ ਜੋ ਨੁਕਤੇ ਚੀਨੀਆਂ ਗਿਆਨੀ ਦਿੱਤ ਸਿੰਘ ਜੀ ਬਾਰੇ ਉਹ ਵੀ ਆਪਾਂ ਵੇਖ ਲਈਏ। ਭਾਈ ਜਾਂ ਗਿਆਨੀ ਦਿੱਤ ਸਿੰਘ ਜਾਗਰਤੀ ਕਾਲ ਦੇ ਉੱਗੇ ਗੱਦ ਹੁੰਦੇ ਆ ਵਾਰਤਕ ਨਸਰ ਲੇਖਕ ਸਨ। ਉਹਨਾਂ ਤੇ ਸਿੰਘ ਸਭਾ ਲਹਿਰ ਦਾ ਚੋਖਾ ਪ੍ਰਭਾਵ ਸੀ। ਤੀਜੀ ਗੱਲ, ਉਹ ਇਸ ਲਹਿਰ ਦੇ ਮੋਢੀਆਂ ਵਿੱਚੋਂ ਸਨ। ਚੌਥੀ ਗੱਲ, ਖਾਲਸਾ ਅਖਬਾਰ ਲਾਹੌਰ ਦੇ ਸੰਪਾਦਕ ਤੇ ਓਰੀਐਂਟਲ ਕਾਲਜ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਸਨ। ਉਹਨਾਂ ਦਾ ਲਿਖਣ ਢੰਗ ਭਾਵੇਂ ਉਹਨਾਂ ਆਧੁਨਿਕ ਨਹੀਂ ਸੀ ਜਿੰਨਾ ਬਿਹਾਰੀ ਲਾਲਪੁਰੀ ਦਾ, ਪਰ ਤਾਂ ਵੀ ਭਾਸ਼ਾ ਬੜੀ ਸੁੰਦਰ ਤੇ ਠੇਠ ਵਰਤੀ ਹੈ। ਅਤੇ ਫਿਰ ਵਾਧਾ ਇਹ ਕਿ ਕਿਸੇ ਥਾਂ ਉਚੇਚ ਦਾ ਪ੍ਰਭਾਵ ਨਹੀਂ ਪੈਂਦਾ। ਮੁੱਕਦੀ ਗੱਲ, ਗੱਲਬਾਤ ਵਾਲੀ ਬੋਲੀ ਵਧੇਰੇ ਨਿਖਰੀ ਆ ਗਿਆਨੀ ਦਿੱਤ ਸਿੰਘ ਜੀ ਦੀ। ਇਹ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਤੇ ਡਾਕਟਰ ਪਰਮਿੰਦਰ ਸਿੰਘ ਹੋਰਾਂ ਦੇ ਵਿਚਾਰ ਆ। ਗਿਆਨੀ ਦਿੱਤ ਸਿੰਘ ਜੀ ਦੀ ਸ਼ੈਲੀ ਵਿਅੰਗਾਤਮਕ ਤੇ ਕਟਾਖਸ਼ ਭਰੀ ਆ। ਉਹਨਾਂ ਦੀਆਂ ਕਿਤਾਬਾਂ ਵਿੱਚ ਤੁਸੀਂ ਵੇਖ ਸਕਦੇ ਹੋ। ਆਪਾਂ ਹੁਣ ਆਖਰ ਦੇ ਉੱਤੇ ਡਾਕਟਰ ਧਰਮਪਾਲ ਸਿੰਘਲ ਹੋਰਾਂ ਦੇ ਵਿਚਾਰ ਵੀ ਵੇਖਦੇ ਹਾਂ। ਉਹ ਕਹਿੰਦੇ ਕਿ ਪੰਜਾਬੀ ਦੇ ਮੁੱਢਲੇ ਨਿਬੰਧਕਾਰਾਂ ਵਿੱਚੋਂ ਇੱਕ ਹਨ ਗਿਆਨੀ ਦਿੱਤ ਸਿੰਘ। ਉਹਨਾਂ ਦੇ ਨਿਬੰਧ ਸਧਾਰਨ ਵਿਸ਼ਿਆਂ ਬਾਰੇ ਹੋਣ ਕਰਕੇ ਵੀ ਰੌਚਕ ਲੱਗਦੇ ਆ। ਉਹਨਾਂ ਦੇ ਨਿਬੰਧਾਂ 'ਚ ਵਰਤੀ ਸਧਾਰਨ ਪੰਜਾਬੀ ਸ਼ਬਦਾਵਲੀ ਪਾਠਕ ਵਰਗ ਨੂੰ ਸਵਾਦਲੀ ਲੱਗਦੀ ਹੈ। ਗਿਆਨੀ ਜੀ ਦੇ ਨਿਬੰਧਾਂ 'ਚ ਪ੍ਰਸਤੁਤ ਕੀਤਾ ਗਿਆ ਆਦਰਸ਼ਵਾਦ ਉਹਨਾਂ ਨੂੰ ਹੋਰ ਪ੍ਰਭਾਵਮਈ ਬਣਾਉਂਦਾ ਹੈ। ਉਹਨਾਂ ਦੇ ਨਿਬੰਧ ਸੰਗ੍ਰਹਿ ਜੋ ਡਾਕਟਰ ਧਰਮਪਾਲ ਸਿੰਘਲ ਹੋਰਾਂ ਨੇ ਸੁਝਾਏ ਆ, ਨੋਟ ਕਰ ਲਓ। ਕੁਝ ਲੇਖ, ਰੇਤੇ ਵਿੱਚ ਖੂਹਾਂ, ਹਿੰਦੁਸਤਾਨ ਵਿੱਚ ਧਰਮ। ਇਹ ਜੋ ਗਿਆਨੀ ਦਿੱਤ ਸਿੰਘ ਜੀ ਬਾਰੇ ਡਾਕਟਰ ਧਰਮਪਾਲ ਸਿੰਘਲ ਹੋਰਾਂ ਦੇ ਵਿਚਾਰ ਸੀ। ਪਿਆਰੇ ਵਿਦਿਆਰਥੀਓ, ਮੈਨੂੰ ਉਮੀਦ ਆ ਕਿ ਤੁਸੀਂ ਅੱਜ ਦੇ ਲੈਕਚਰ ਦੇ ਵਿੱਚੋਂ ਬਹੁਤ ਕੁਝ ਖੱਟਿਆ ਹੋਊਗਾ। ਜੇਕਰ ਇਹ ਲੈਕਚਰ ਤੁਸੀਂ ਇੰਨੀ ਵਿਸਥਾਰ ਵਿੱਚ ਪਹਿਲੀ ਵਾਰ ਸੁਣਿਆ ਤਾਂ ਪਹਿਲਾ ਕਮੈਂਟ ਕਰਿਓ। ਉਸ ਤੋਂ ਬਾਅਦ ਡਿਸਕ੍ਰਿਪਸ਼ਨ ਦੇ ਵਿੱਚ ਕੁਝ ਪ੍ਰਸ਼ਨ ਪਾਏ ਨੇ, ਉਹਨਾਂ ਦੇ ਜਵਾਬ ਦੇਣ ਲਈ ਕਮੈਂਟ ਬਾਕਸ ਦੇ ਵਿੱਚ ਆਪਣੇ ਉੱਤਰ ਜ਼ਰੂਰ ਦਿਓ। ਲੈਕਚਰ ਨੂੰ ਤੁਸੀਂ ਧਿਆਨ ਨਾਲ ਸੁਣ ਕੇ ਜੇਕਰ ਹਲੇ ਵੀ ਕੋਈ ਡਾਊਟ ਆ ਕਮੈਂਟ ਕਰੋ। ਲੈਕਚਰ ਨੂੰ ਦੁਬਾਰਾ ਵੇਖ ਲਓ। ਪਰ ਗਿਆਨੀ ਦਿੱਤ ਸਿੰਘ ਜੀ ਵਰਗੇ ਵਿਦਵਾਨ ਸਾਡੇ ਹੱਥੋਂ ਖੁੱਸ ਗਏ ਤਾਂ ਅਸੀਂ ਫਿਰ ਕਿਸੇ ਜੋਗੇ ਨਹੀਂ ਰਹਿਣਾ। ਅਸੀਂ ਕਿਸੇ ਦੀ ਜ਼ਾਤ, ਅਸੀਂ ਕਿਸੇ ਦੇ ਧਰਮ, ਅਸੀਂ ਕਿਸੇ ਦੇ ਨਿੱਜ ਬਾਬਤ ਘਟੀਆ ਸ਼ਬਦਾਵਲੀ ਕਦੇ ਨਹੀਂ ਵਰਤਣੀ। ਸਤਿਕਾਰ ਜ਼ਰੂਰੀ ਆ। ਬੇਸ਼ੱਕ ਆਪਾਂ ਕਿਸੇ ਬਾਬਤ ਵੀ ਗੱਲ ਕਰੀਏ, ਹਾਂ ਆਪਣੀ ਸੋਚ, ਆਪਣੇ ਖਿਆਲ, ਆਪਣੀ ਪੜ੍ਹਾਈ ਜਾਂ ਸਟੱਡੀ ਨੂੰ ਹੋਰ ਵੀ ਗਹਿਰਾਈ ਦੇ ਵਿੱਚ ਲੈ ਕੇ ਜਾਣਾ ਆ। ਚੜ੍ਹਦੀ ਕਲਾ ਦੇ ਵਿੱਚ ਰਹੋ। ਆਪਾਂ ਅਗਲੇ ਲੈਕਚਰ ਵਿੱਚ ਮਿਲਦੇ ਹਾਂ। ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।